ਸਤਿ ਸ਼੍ਰੀ ਅਕਾਲ, ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਸ਼ੈਰੀ ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਮੋਡਰਨਾ ਦੀ ਵੈਕਸੀਨ ਕੈਨੇਡਾ ਦੇ ਵਿੱਚ ਪਹੁੰਚ ਰਹੀ ਹੈ। ਇੱਕ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਟਰੂਡੋ ਨੇ ਵੈਕਸੀਨ ਦੇ ਕੱਲ ਆਉਣ ਸੰਬੰਧੀ ਦਿੱਤੀ ਜਾਣਕਾਰੀ। ਭਾਰਤ ਤੋਂ ਕੈਨੇਡਾ ਆਉਣ ਵਾਲੀ ਹਰ ਫਲਾਈਟ ਦੇ ਵਿੱਚ ਕੋਵਿਡ ਦਾ ਇੱਕ ਮਰੀਜ਼ 1.5% ਯਾਤਰੀਆਂ ਨੇ ਦਿੱਤੇ ਸਕਾਰਾਤਮਕ ਟੈਸਟ। ਬਹੁਤੇ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਕੋਵਿਡ ਦੇ ਦੂਜੇ ਸ਼ਾਟ ਦੀ ਨਹੀਂ ਜ਼ਰੂਰਤ। ਵੈਨਕੂਵਰ ਡਾਕਟਰਾਂ ਨੇ ਚਿੰਤਾ ਜਤਾਉਂਦੇ ਦੋਵੇਂ ਖੁਰਾਕਾਂ ਲੈਣ ਦੀ ਕੀਤੀ ਤਾਕੀਦ। ਖਬਰਾਂ ਵਿਸਥਾਰ ਦੇ ਨਾਲ। ਕੈਨੇਡਾ ਆਉਣ ਵਾਲੇ ਯਾਤਰੀਆਂ ਦੇ ਵਿੱਚੋਂ ਤਕਰੀਬਨ 1.5% ਨੇ ਕੋਵਿਡ-19 ਲਈ ਸਕਾਰਾਤਮਕ ਟੈਸਟ ਦਿੱਤਾ ਹੈ। 3700 ਲੋਕਾਂ ਦਾ ਟੈਸਟ ਪੋਜ਼ਿਟਿਵ ਆਇਆ। ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਦੋਂ ਤੱਕ ਫਲਾਈਟਾਂ ਬੰਦ ਕੀਤੀਆਂ ਗਈਆਂ ਉਦੋਂ ਤੱਕ ਤਾਂ ਬਹੁਤ ਸਾਰੇ ਲੋਕ ਕੈਨੇਡਾ ਸਫ਼ਰ ਕਰ ਰਹੇ ਸੀ। ਕੁਆਰੰਟੀਨ ਬੇਸ਼ੱਕ ਸੀ ਪਰ ਉਸ ਤੋਂ ਬਾਅਦ ਵੀ ਕਈ ਲੋਕ ਪੋਜ਼ਿਟਿਵ ਆਏ। ਜਾਣਕਾਰੀ ਦੇ ਮੁਤਾਬਕ ਭਾਰਤ ਤੋਂ ਆਉਣ ਵਾਲੀ ਹਰ ਫਲਾਈਟ ਦੇ ਵਿੱਚ ਘੱਟੋ ਘੱਟ ਇੱਕ ਮਰੀਜ਼ ਤਾਂ ਪੋਜ਼ਿਟਿਵ ਸੀ ਤੇ ਉਸ ਇੱਕ ਨੇ ਕਿੰਨੇ ਇਨਫੈਕਟਡ ਕੀਤੇ देखते हैं इस एक रिपोर्ट। फरवरी तो कोविड-19 ਲਈ ਤਕਰੀਬਨ 5000 ਤੋਂ ਵੱਧ ਲੋਕਾਂ ਨੇ ਕੈਨੇਡਾ ਵਾਪਸ ਉਡਾਨ ਭਰਨ ਤੋਂ ਬਾਅਦ ਕੋਵਿਡ-19 ਲਈ ਸਕਾਰਾਤਮਕ ਟੈਸਟ ਦਿੱਤਾ ਹੈ। ਇਸ ਤਰ੍ਹਾਂ ਹੁਣ ਤੱਕ ਉਹਨਾਂ ਮਾਮਲਿਆਂ ਦੇ ਵਿੱਚੋਂ ਲਗਭਗ 1/3 ਦੇ ਵਿੱਚ ਦਿਲਚਸਪੀ ਜਾਂ ਚਿੰਤਾ ਦੇ ਰੂਪਾਂ ਦੀ ਪਛਾਣ ਕੀਤੀ ਗਈ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੁਆਰਾ ਮੁਹੱਈਆ ਕਰਵਾਏ ਗਏ ਆંકੜਿਆਂ ਦੇ ਵਿੱਚ 3748 ਵਿਅਕਤੀਆਂ ਦੀ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਨੇ ਉਸ ਦਿਨ ਸਕਾਰਾਤਮਕ ਟੈਸਟ ਲਿਆ ਸੀ ਜਦੋਂ ਉਹ ਵਾਪਸ ਆਏ ਸਨ। ਪਰ ਨਕਾਰਾਤਮਕ ਕੋਵਿਡ-19 ਦਾ ਟੈਸਟ ਉਹਨਾਂ ਦੇ ਹਵਾਈ ਜਹਾਜ਼ ਦੇ ਵਿੱਚ ਚੜ੍ਹਨ ਤੋਂ 3 ਦਿਨ ਪਹਿਲਾਂ ਨਹੀਂ ਲਿਆ ਗਿਆ ਸੀ। ਹੋਰ 1411 ਲੋਕ ਪਰਤਣ ਦੇ 10 ਦਿਨਾਂ ਬਾਅਦ ਟੈਸਟ ਲਈ ਲੋੜੀਂਦੇ ਟੈਸਟ ਕੋਵਿਡ-19 ਸਕਾਰਾਤਮਕ ਵਾਪਸ ਆਏ। ਉਹਨਾਂ ਸਾਰਿਆਂ ਵਿੱਚੋਂ 1566 ਨੇ ਕਈ ਤਰ੍ਹਾਂ ਦੀ ਚਿੰਤਾ ਲਈ ਸਕਾਰਾਤਮਕ ਤੇ ਹੋਰ 134 ਨੇ ਆਪਣੇ ਇੰਟਰਸਟ ਲਈ ਸਕਾਰਾਤਮਕ ਟੈਸਟ ਕੀਤਾ। ਚਿੰਤਾ ਦੇ 95% ਤੋਂ ਵੱਧ ਰੂਪ B117 ਸਭ ਤੋਂ ਪਹਿਲਾਂ ਯੂਨਾਈਟਿਡ ਕਿੰਗਡਮ ਦੇ ਵਿੱਚ ਪਛਾਣਿਆ ਗਿਆ। ਇਹ ਹੁਣ ਕੈਨੇਡਾ ਦੇ ਵਿੱਚ ਪ੍ਰਮੁੱਖ ਰੂਪਾਂਤਰ ਹੈ। ਯਾਤਰਾ ਦੀ ਗਿਣਤੀ ਕੈਨੇਡਾ ਦੇ ਕੁੱਲ ਕੇਸਾਂ ਦੇ ਭਾਰ ਦੇ ਮੁਕਾਬਲੇ ਬਹੁਤ ਹੀ ਘੱਟ ਹੈ। 22 ਫਰਵਰੀ ਤੋਂ 29 ਅਪ੍ਰੈਲ ਦੇ ਵਿਚਕਾਰ ਕੋਵਿਡ-19 ਦੇ 3,42,000 ਤੋਂ ਵੱਧ ਮਾਮਲੇ ਸਨ। ਪਰ ਸੂਬਾਈ ਪ੍ਰੀਮੀਅਰ ਇਸ ਦੇ ਬਾਵਜੂਦ ਆਟਵਾ ਤੇ ਦਬਾਅ ਪਾ ਰਹੇ ਨੇ ਕਿ ਤੇਜ਼ੀ ਨਾਲ ਫੈਲਣ ਵਾਲੇ ਰੂਪਾਂ ਨੂੰ ਹਵਾਈ ਜਹਾਜ਼ਾਂ ਤੇ ਦਾਖਲ ਹੋਣ ਤੋਂ ਰੋਕਿਆ ਜਾ ਸਕੇ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਸੋਮਵਾਰ ਨੂੰ ਟਵਿੱਟਰ ਤੇ ਕਿਹਾ ਕਿ ਕੈਨੇਡੀਅਨ ਪ੍ਰੈਸ ਤੋਂ ਨਵੇਂ ਯਾਤਰੀਆਂ ਦੇ ਆંકੜਿਆਂ ਬਾਰੇ ਜਾਣਨ ਤੋਂ ਬਾਅਦ ਮੈਂ ਓਨਟਾਰੀਓ ਦੇ ਵਿੱਚ ਆਉਣ ਵਾਲੇ ਨਵੇਂ ਕੋਵਿਡ ਰੂਪਾਂ ਬਾਰੇ ਬਹੁਤ ਚਿੰਤਤ ਹਾਂ। ਓਨਟਾਰੀਓ ਵਿੱਚ 90% ਤੋਂ ਵੱਧ ਨਵੇਂ ਕੇਸ ਦੇ ਨਵੇਂ ਰੂਪ ਨੇ। ਅਸੀਂ ICU ਦੇ ਵਿੱਚ ਵਧੇਰੇ ਨੌਜਵਾਨ ਵੇਖ ਰਹੇ ਹਾਂ। ਇਹ ਸਪਸ਼ਟ ਹੈ ਕਿ ਬਾਰਡਰ ਦੇ ਉਪਰਾਲੇ ਦੀ ਜ਼ਰੂਰਤ ਹੈ। ਪਰ ਕੈਨੇਡਾ ਦੇ ਚੋਟੀ ਦੇ ਡਾਕਟਰਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਹੱਦ ਤੇ ਬਹੁਤ ਜ਼ਿਆਦਾ ਫੋਕਸ ਹੈ ਤੇ ਕੋਵਿਡ-19 ਨੂੰ ਕੈਨੇਡਾ ਦੇ ਵਿੱਚ ਫੈਲਣ ਤੋਂ ਰੋਕਣ ਲਈ ਕਾਫੀ ਇਹ ਨਹੀਂ ਹੈ। ਪਰ ਅਖੀਰ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਤੁਸੀਂ ਆਯਾਤ ਦੇ ਮਾਮਲੇ ਦੇ ਵਿੱਚ ਅਸਲ ਜੋਖਮ ਨੂੰ ਵੇਖਦੇ ਹੋ ਤਾਂ ਸਰਹੱਦ ਪਾਰ ਕਰਨ ਵਾਲੇ ਲੋਕਾਂ ਦੇ ਸਬੰਧ ਵਿੱਚ ਅਸਲ ਕੇਸਾਂ ਦੀ ਤੁਲਨਾ ਬਹੁਤ ਸਾਰੇ ਮੁਸ਼ਕਿਲ ਪ੍ਰਾਂਤਾਂ ਦੇ ਭਾਈਚਾਰਿਆਂ ਦੇ ਵਿੱਚ ਹੋ ਕੀ ਰਿਹਾ ਹੈ। ਜਿਵੇਂ ਹੀ ਕ੍ਰਿਸਮਸ ਦੇ ਆਸੇ-ਪਾਸੇ ਨਵੇਂ ਰੂਪ ਸਾਹਮਣੇ ਆਉਣ ਲੱਗੇ, ਕੈਨੇਡਾ ਨੇ ਪਹਿਲਾਂ ਉਡਾਨ ਵਿੱਚ ਚੜ੍ਹਨ ਤੋਂ 72 ਘੰਟੇ ਪਹਿਲਾਂ ਕੋਵਿਡ ਨੈਗੇਟਿਵ ਟੈਸਟਾਂ ਦੀ ਲੋੜ ਜਿਹੜੀ ਹੈ ਉਹ ਸ਼ੁਰੂ ਕੀਤੀ ਤੇ ਫਿਰ ਫਰਵਰੀ ਦੇ ਅਖੀਰ ਦੇ ਵਿੱਚ ਲਾਜ਼ਮੀ ਹੋਟਲ ਕੁਆਰੰਟੀਨ ਲਗਾ ਦਿੱਤੀ। ਸਾਰੇ ਕੌਮਾਂਤਰੀ ਹਵਾਈ ਯਾਤਰੀਆਂ ਨੂੰ ਟੋਰਾਂਟੋ, ਵੈਨਕੂਵਰ, ਮੌਂਟਰੀਅਲ ਤੇ ਕੈਲਗਰੀ ਤੇ ਅਧਿਕਾਰਤ ਹਵਾਈ ਅੱਡਿਆਂ ਵਿੱਚੋਂ ਇੱਕ ਤੇ ਨਿਰਧਾਰਤ ਹੋਟਲ ਦੇ ਵਿੱਚ 3 ਦਿਨ ਬਿਤਾਉਣੇ ਪੈਂਦੇ ਨੇ। ਜਦੋਂ ਉਹਨਾਂ ਦੀ ਕੁਆਰੰਟੀਨ ਖਤਮ ਹੋ ਜਾਂਦੀ ਹੈ ਤਾਂ ਉਹ 2 ਹਫ਼ਤਿਆਂ ਦੀ ਕੁਆਰੰਟੀਨ ਨੂੰ ਖਤਮ ਕਰਕੇ ਆਪਣੇ ਘਰ ਪਰਤ ਸਕਦੇ ਨੇ। ਪਰ ਦੂਜਾ ਟੈਸਟ ਦੇਣਾ ਲਾਜ਼ਮੀ ਹੈ। ਸ਼ੁਰੂ ਦੇ ਵਿੱਚ ਦੂਜਾ ਟੈਸਟ 10ਵੇਂ ਦਿਨ ਦੀ ਲੋੜ ਸੀ ਪਰ ਇਹ ਹੁਣ 8ਵੇਂ ਦਿਨ ਦੇ ਵਿੱਚ ਹੈ। 23 ਅਪ੍ਰੈਲ ਨੂੰ ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਦੀਆਂ ਉਡਾਨਾਂ ਤੇ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਉਹਨਾਂ ਉਡਾਨਾਂ ਤੇ ਸਕਾਰਾਤਮਕ ਕੋਵਿਡ-19 ਦੇ ਵਧੇਰੇ ਮਾਮਲੇ ਸਨ। ਇਹ ਫੈਸਲਾ ਲੈਣ ਤੋਂ 2 ਹਫ਼ਤਿਆਂ ਬਾਅਦ 165 ਉਡਾਨਾਂ ਘੱਟੋ ਘੱਟ ਇੱਕ ਵਿਅਕਤੀ ਨੂੰ ਲੈ ਕੇ ਗਈਆਂ ਜਿਨ੍ਹਾਂ ਨੇ ਬਾਅਦ ਵਿੱਚ ਸਕਾਰਾਤਮਕ ਟੈਸਟ ਕੀਤਾ। ਇਹਨਾਂ ਵਿੱਚੋਂ 43 ਭਾਰਤ ਤੋਂ ਸੀ। ਤਕਰੀਬਨ ਹਰ ਉਡਾਨ ਜੋ ਭਾਰਤ ਤੋਂ ਆਈ ਸੀ ਵਿੱਚ ਘੱਟੋ ਘੱਟ ਇੱਕ ਸਕਾਰਾਤਮਕ ਕੋਵਿਡ-19 ਮਰੀਜ਼ ਸੀ। PHAC ਦੇ ਆંકੜਿਆਂ ਮੁਤਾਬਕ ਕੁੱਲ ਮਿਲਾ ਕੇ ਲਗਭਗ 1.5% ਕੌਮਾਂਤਰੀ ਹਵਾਈ ਯਾਤਰੀਆਂ ਨੇ ਟੈਸਟ ਕੀਤੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਕੈਨੇਡਾ ਦੇ ਲੋਕ ਮੋਡਰਨਾ ਵੈਕਸੀਨ ਦੇ ਪਹੁੰਚਣ ਦਾ ਇੰਤਜ਼ਾਰ ਕਰ ਰਹੇ ਸੀ ਪਰ ਹੁਣ ਇਹ ਵੈਕਸੀਨ ਅਗਲੇ ਹਫ਼ਤੇ ਨਹੀਂ ਬਲਕਿ ਕੱਲ ਹੀ ਪਹੁੰਚ ਰਹੀ ਹੈ। ਜੀ ਹਾਂ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੈਕਸੀਨ ਸੰਬੰਧੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਅਗਲੇ ਹਫ਼ਤੇ ਸ਼ਿਪਮੈਂਟ ਹੋਣੀ ਸੀ ਪਰ ਇਹਨਾਂ ਖੁਰਾਕਾਂ ਦੇ ਆਉਣ ਦੇ ਨਾਲ ਲੋਕਾਂ ਨੂੰ ਕਾਫੀ ਹੁਣ ਫਾਇਦਾ ਹੋ ਜਾਏਗਾ। ਇਹ ਕੱਲ ਮਿਲ ਰਹੀ ਹੈ ਤੇ ਕੱਲ ਜਦੋਂ ਵੈਕਸੀਨ ਪਹੁੰਚ ਜਾਏਗੀ ਤਾਂ 1 ਹਫ਼ਤੇ ਦੇ ਵਿੱਚ ਇਸ ਵੈਕਸੀਨ ਨੂੰ ਲੋਕਾਂ ਦੀਆਂ ਬਾਹਾਂ ਤੱਕ ਪਹੁੰਚਾ ਦਿੱਤਾ ਜਾਏਗਾ।
प्रधानमंत्री जस्टिन ट्रूडो का कहना है कि अगले हफ्ते पहुंचने वाले 10 लाख मॉडर्ना डोज ਜਿਹੜੇ ਨੇ ਉਹ बुधवार शाम ਨੂੰ ਕੈਨੇਡਾ ਪਹੁੰਚਣਗੇ। ट्रूडो ने मंगलवार ਨੂੰ ਕਿਹਾ ਕਿ ਕੱਲ ਸਵੇਰ ਤੱਕ 1 ਮਿਲੀਅਨ ਖੁਰਾਕਾਂ ਕੈਨੇਡਾ ਪਹੁੰਚਣਗੀਆਂ। ਉਹਨਾਂ ਅੱਗੇ ਕਿਹਾ ਕਿ ਮੰਗਲਵਾਰ ਸ਼ਾਮ ਨੂੰ ਕੈਨੇਡਾ ਯੂਰਪ ਤੋਂ ਖੁਰਾਕਾਂ ਲੈਣ ਜਾ ਰਿਹਾ ਹੈ। ਉਹ ਹਫਤੇ ਦੇ ਅੰਤ ਤੱਕ ਜਿਹੜੀਆਂ ਨੇ ਵੰਡ ਦਿੱਤੀਆਂ ਜਾਣਗੀਆਂ। ਜਲਦੀ ਸ਼ਿਪਮੈਂਟ ਆਉਣਾ ਇਸ ਦਾ ਸਵਾਗਤ ਕਰਦੀ ਹੈ। ਹਾਲ ਹੀ ਦੇ ਵਿੱਚ ਮੋਡਰਨਾ ਟੀਕੇ ਨੂੰ ਕਈ ਤਰ੍ਹਾਂ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਪਿਛਲੇ ਮਹੀਨੇ ਮੋਡਰਨਾ ਨੇ 1.2 ਮਿਲੀਅਨ ਖੁਰਾਕਾਂ ਨੂੰ ਘਟਾ ਕੇ 6,50,000 ਕਰ ਦਿੱਤਾ, ਜਿਸ ਦੀ ਉਮੀਦ ਅਪ੍ਰੈਲ ਦੇ ਅਖੀਰ ਦੇ ਵਿੱਚ ਕੀਤੀ ਗਈ ਸੀ। ਫਰਵਰੀ ਦੇ ਵਿੱਚ ਮੋਡਰਨਾ ਨੇ ਉਮੀਦ ਕੀਤੀ ਕਿ 2,30,400 ਦੀ ਬਜਾਏ 1,80,000 ਖੁਰਾਕਾਂ ਭੇਜੀਆਂ ਜਾਣਗੀਆਂ। ਖਰੀਦ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਕੈਨੇਡਾ ਮੋਡਰਨਾ ਨਾਲ ਗੱਲਬਾਤ ਕਰ ਰਿਹਾ ਹੈ ਤਾਂ ਜੋ ਅੱਗੇ ਵਧਣ ਦੇ ਨਿਯਮਤ ਕਾਰਜਕ੍ਰਮ ਨੂੰ ਮਜ਼ਬੂਤ ਕੀਤਾ ਜਾ ਸਕੇ। ਅੱਜ ਤੱਕ ਦੇਸ਼ ਦੇ ਸੂਬਿਆਂ ਤੇ ਪ੍ਰਦੇਸ਼ਾਂ ਦੇ ਵਿੱਚ 16.8 ਮਿਲੀਅਨ ਤੋਂ ਵੱਧ ਕੋਵਿਡ-19 ਖੁਰਾਕਾਂ ਵੰਡੀਆਂ ਗਈਆਂ ਨੇ। ਜਿਵੇਂ ਕਿ ਕੈਨੇਡਾ ਨੇ ਆਪਣੀ ਟੀਕਾਕਰਨ ਮੁਹਿੰਮ ਨੂੰ ਅੱਗੇ ਵਧਾ ਦਿੱਤਾ ਹੈ। ਦੇਸ਼ ਅਗਲੇ 2 ਮਹੀਨਿਆਂ ਦੇ ਅੰਦਰ mRNA ਟੀਕਿਆਂ ਦੀਆਂ 36 ਮਿਲੀਅਨ ਖੁਰਾਕਾਂ ਪ੍ਰਾਪਤ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਦੇ ਵਿੱਚ 24.2 ਮਿਲੀਅਨ ਫਾਈਜ਼ਰ ਟੀਕੇ ਦੀਆਂ ਖੁਰਾਕਾਂ ਤੇ ਮੋਡਰਨਾ ਤੋਂ 10 ਤੋਂ 12 ਲੱਖ ਦੇ ਵਿਚਕਾਰ ਸ਼ਾਮਿਲ ਹੈ। ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਥੈਰੇਸਾ ਟੈਮ ਨੇ ਕਿਹਾ ਹੈ ਕਿ ਕੈਨੇਡਾ ਕੌਮੀ ਪੱਧਰ ਤੇ ਤਰੱਕੀ ਕਰ ਰਿਹਾ ਹੈ, ਪਰ ਅਜੇ ਵੀ ਕੁਝ ਮੁਸ਼ਕਿਲ ਥਾਵਾਂ ਨੇ। ਉਹਨਾਂ ਕਿਹਾ ਹੈ ਕਿ ਗੰਭੀਰ ਬਿਮਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਪਿਛਲੇ ਹਫ਼ਤੇ ਦੌਰਾਨ ਦੇਸ਼ ਦੀ ਰਾਸ਼ਟਰੀ ਕੇਸਾਂ ਦੀ ਗਿਣਤੀ ਦੇ ਵਿੱਚ ਗਿਰਾਵਟ ਆਈ, 2% ਦੀ ਗਿਰਾਵਟ ਦੇਖੀ ਗਈ। ਰੋਜ਼ਾਨਾ ਔਸਤਨ 7,900 ਕੇਸਾਂ ਨੂੰ ਦਰਜ ਕੀਤਾ ਗਿਆ। ਟੈਮ ਨੇ ਕਿਹਾ ਕਿ ਹਰ ਰੋਜ਼ 43 ਕੈਨੇਡੀਅਨ ਹਸਪਤਾਲਾਂ ਦੇ ਵਿੱਚ ਇਲਾਜ ਕਰਵਾ ਸਕਦੇ ਨੇ, ਜਿਸ ਦੇ ਵਿੱਚ 1,450 ਤੋਂ ਵੱਧ ਲੋਕ ਸ਼ਾਮਿਲ ਸਨ, ਜਿਨ੍ਹਾਂ ਦਾ ਇਲਾਜ ਤੀਬਰ ਦੇਖਭਾਲ ਦੀਆਂ ਇਕਾਈਆਂ ਦੇ ਵਿੱਚ ਕੀਤਾ ਜਾ ਰਿਹਾ ਹੈ। ਉਸ ਸਮੇਂ ਨੋਟ ਕੀਤਾ ਗਿਆ ਕਿ ਰੋਜ਼ਾਨਾ ਔਸਤਨ 47 ਮੌਤਾਂ ਹੋਈਆਂ। NACI ਦੀ ਸਲਾਹ ਸੰਘੀ ਅਧਿਕਾਰੀਆਂ ਦੀ ਸਲਾਹ ਤੋਂ ਬਹੁਤ ਹੀ ਵੱਖਰੀ ਹੈ, ਜੋ ਕੈਨੇਡੀਅਨ ਨੂੰ ਸਿਫਾਰਿਸ਼ ਕਰਦੇ ਰਹੇ ਨੇ ਕਿ ਉਹਨਾਂ ਨੂੰ ਸਭ ਤੋਂ ਪਹਿਲਾਂ ਜੋ ਵੀ ਟੀਕੇ ਉਹ ਦਿੱਤੇ ਜਾਣ। ਉਹਨਾਂ ਕਿਹਾ ਕਿ ਕੈਨੇਡਾ ਦੇ ਵਿੱਚ ਦਾਖਲ ਹੋਏ ਸਾਰੇ ਟੀਕੇ ਹੈਲਥ ਕੈਨੇਡਾ ਦੁਆਰਾ ਮਨਜ਼ੂਰ ਕੀਤੇ ਗਏ ਹਨ। ਸੂਬਿਆਂ ਤੇ ਪ੍ਰਦੇਸ਼ਾਂ ਤੇ ਕੈਨੇਡੀਅਨਾਂ ਨੂੰ ਦਿੱਤੀ ਗਈ ਸਾਡੀ ਸਲਾਹ ਨਹੀਂ ਬਦਲੀ ਗਈ। ਐਨਾ ਹੀ ਨਹੀਂ, ਇਸ ਮੌਕੇ ਸਿਹਤ ਅਧਿਕਾਰੀ ਥੈਰੇਸਾ ਟੈਮ ਨੇ ਕਿਹਾ ਕਿ ਉਹ ਉਹਨਾਂ ਕੈਨੇਡੀਅਨਾਂ ਨਾਲ ਹਮਦਰਦੀ ਰੱਖਦੀ ਹੈ ਜੋ ਨਿਰਾਸ਼ ਹੋ ਸਕਦੇ ਨੇ ਜਾਂ ਸਿਹਤ ਪ੍ਰਤੀ ਸਲਾਹ ਮਸ਼ਵਰੇ ਤੇ ਚੱਲਣ ਦੇ ਵਿੱਚ ਮੁਸ਼ਕਿਲ ਮਹਿਸੂਸ ਕਰ ਰਹੇ ਨੇ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਝਣਾ ਪਵੇਗਾ ਕਿ ਹਰ ਕੋਈ ਫੈਸਲਾ ਲੈਣ ਲਈ ਸਭ ਤੋਂ ਵਧੀਆ ਜਾਣਕਾਰੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਫਿਰ ਵੀ ਮੈਂ ਆਪਣੇ ਮੁੱਖ ਅਧਿਕਾਰੀ ਦੀ ਗੱਲ ਦੁਹਰਾਵਾਂਗੀ ਕਿ ਤੀਜੀ ਲਹਿਰ ਦੇ ਮੱਧ ਵਿੱਚ ਲਗਾਈ ਗਈ ਐਸਟਰਾਜੈਨੇਕਾ ਵੈਕਸੀਨ ਨੇ ਜਾਨਾਂ ਬਚਾਈਆਂ ਤੇ ਗੰਭੀਰ ਬਿਮਾਰੀਆਂ ਤੋਂ ਬਚਾ ਲਿਆ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਅਜਿਹੇ ਵਿਕਲਪ ਭਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੇ ਕਿ ਲੋਕਾਂ ਨੂੰ ਬਚਾ ਸਕਣ। ਕਈ ਸੰਸਥਾਵਾਂ ਅਜਿਹਾ ਕਰਦੀਆਂ ਨੇ, ਕਈ ਆਰਗੇਨਾਈਜੇਸ਼ਨ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਵੱਖ-ਵੱਖ ਤਰੀਕੇ ਲੱਭਦੀਆਂ ਨੇ ਕਿ ਲੋਕਾਂ ਨੂੰ ਕੁਦਰਤੀ ਆਫਤ ਤੋਂ ਬਚਾਇਆ ਜਾਏ। ਇਹੋ ਜਿਹੀ ਇੱਕ ਹੋਰ ਮਿਸਾਲ ਪੈਦਾ ਹੋਈ ਹੈ ਕਿਉਂਕਿ ਜਿਵੇਂ ਹੀ BC ਵਾਸੀ ਮਈ ਮਹੀਨੇ ਆਉਣ ਵਾਲੀਆਂ ਖੁਰਾਕਾਂ ਨੂੰ ਵਧਾਉਣ ਦੇ ਨਾਲ-ਨਾਲ ਟੀਕੇ ਲਗਾਉਣ ਦੀ ਤਿਆਰੀ ਕਰ ਰਹੇ ਨੇ ਤਾਂ ਇੱਕ ਨਵਾਂ ਸਾਧਨ ਤੁਹਾਡੇ ਨਜ਼ਦੀਕ ਦੀ ਸਾਈਟ ਲੱਭਣ ਦੇ ਵਿੱਚ ਤੁਹਾਡੀ ਮਦਦ ਕਰੇਗਾ। ਜੀ ਹਾਂ, ਕਨਸੈਪਟ ਬਿਲਕੁਲ ਆਸਾਨ ਹੈ। 183335618683 ਇਸ ਤੇ ਤੁਸੀਂ ਟੈਕਸਟ ਮੈਸੇਜ ਕਰਨਾ ਹੈ। ਸਕਿੰਟਾਂ ਦੇ ਅੰਦਰ ਤੁਹਾਨੂੰ ਤੁਹਾਡੇ ਨੇੜੇ ਦਾ ਜਿਹੜਾ ਸਥਾਨ ਹੈ ਉਹ ਪਤਾ ਲੱਗ ਜਾਏਗਾ, ਮੈਸੇਜ ਆ ਜਾਏਗਾ। ਅਮਰੀਕਾ ਦੇ ਵਿੱਚ ਕਿਸੇ ਵਿਅਕਤੀ ਨੇ ਆਪਣੇ ਦੋਸਤ ਦੇ ਕੋਲੋਂ ਇਸ ਬਾਰੇ ਸੁਣਿਆ ਤੇ ਉਹਨਾਂ ਇਸ ਦਾ ਜਿਹੜਾ ਵਰਸ਼ਨ ਹੈ ਉਹ ਕੈਨੇਡਾ ਦੇ ਵਿੱਚ ਬਣਾਉਣ ਦਾ ਸੋਚਿਆ। ਜੀ ਹਾਂ, ਜ਼ੈਨ ਮੈਂਜੀ ਹੋਣਾ ਨੇ ਦੱਸਿਆ ਹੈ ਕਿ ਫਿਰ ਸਾਨੂੰ ਇਹ ਪਤਾ ਲੱਗਿਆ ਕਿ ਸ਼ਾਇਦ ਸਾਡੇ ਲਈ ਇਸ ਨੂੰ ਬਣਾਉਣ ਦੇ ਵਿੱਚ ਲਗਭਗ 1 ਤੋਂ 2 ਘੰਟੇ ਹੀ ਲੱਗਣਗੇ ਤੇ ਇਸ ਲਈ ਬਸ ਅੱਗੇ ਵਧੇ ਤੇ ਸ਼ੁਰੂਆਤ ਕੀਤੀ। ਇਹ ਇਸ ਗੱਲ ਦੇ ਲਈ ਪੱਕਾ ਨਹੀਂ ਸੀ ਕਿ ਮਿਊਨਿਸਪਲ ਜਾਂ ਸੂਬਾਈ ਸਰਕਾਰਾਂ ਨੇ ਇਸ ਬਾਰੇ ਜਲਦੀ ਕਿਉਂ ਨਹੀਂ ਸੋਚਿਆ। ਇਸ ਇਮਾਨਦਾਰੀ ਦੇ ਨਾਲ ਇੱਕ ਬਹੁਤ ਹੀ ਸਧਾਰਨ ਜਿਹੀ ਜਿਹੜੀ ਐਪ ਬਣਾਈ ਗਈ। ਤੁਸੀਂ ਇਸ ਨੂੰ ਆਪਣੇ ਡਾਕ ਕੋਡ ਨਾਲ ਟੈਕਸਟ ਕਰੋ। ਕੋਡ ਪੋਸਟਲ ਕੋਡ ਨੂੰ ਲੈਂਦਾ ਹੈ ਤੇ ਨਜ਼ਦੀਕੀ ਟੀਕਾਕਰਨ ਸਾਈਟਾਂ ਨੂੰ ਲੱਭਦਾ ਹੈ ਤੇ ਇਸ ਨੂੰ ਵਾਪਸ ਤੁਹਾਡੇ ਤੱਕ ਭੇਜਦਾ ਹੈ। ਇਹ 100 ਲਾਈਨਾਂ ਤੋਂ ਘੱਟ ਸ਼ਬਦਾਂ ਦਾ ਕੋਡ ਹੁੰਦਾ ਹੈ। ਫਿਲਹਾਲ ਇਹ ਸੇਵਾ ਸਿਰਫ BC ਤੇ ਓਨਟਾਰੀਓ ਦੇ ਵਿੱਚ ਹੀ ਹੈ, ਪਰ ਦੂਜੇ ਪ੍ਰਾਂਤਾਂ ਦੇ ਵਿੱਚ ਫੈਲਾਉਣ ਦੀਆਂ ਯੋਜਨਾਵਾਂ ਜਿਹੜੀਆਂ ਹੈ। ਮੈਂਜੀ ਹੋਣਾ ਨੇ ਕਿਹਾ ਕਿ ਸਾਡੇ ਲਈ ਇਹ ਸ਼ਾਇਦ ਕੁਝ ਅਜਿਹਾ ਸੀ ਜਿਸ ਨੂੰ ਅਸੀਂ ਬਣਾ ਸਕਦੇ ਹਾਂ ਤੇ ਸੰਚਾਰ ਦੇ ਵਿੱਚ ਰੱਖ ਸਕਦੇ ਹਾਂ। ਜੇ ਇਹ ਇੱਕ ਵਿਅਕਤੀ ਦੀ ਸਹਾਇਤਾ ਕਰਦਾ ਹੈ ਤਾਂ ਬਹੁਤ ਹੀ ਵਧੀਆ ਤੇ ਠੀਕ ਹੈ। ਸਾਡੇ ਲਈ ਇਹ ਬਣਾਉਣਾ ਮੁਸ਼ਕਿਲ ਨਹੀਂ ਸੀ। ਉਹਨਾਂ ਕਿਹਾ ਕਿ ਅਸੀਂ ਸਭ ਦੀ ਫਿਰ ਤੋਂ ਵਾਪਸੀ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰ ਸਕਦੇ ਹਾਂ ਜਿੱਥੇ ਅਸੀਂ ਸਾਰੇ ਪਹਿਲਾਂ ਸੀ। ਹਾਲਾਂਕਿ ਕੁਝ ਦਿਨ ਪਹਿਲਾਂ ਵੀ ਅਸੀਂ ਦੇਖਿਆ ਵੀ ਜਦੋਂ ਵੈਕਸੀਨ ਕੇਂਦਰਾਂ ਦੇ ਵਿੱਚ ਬਿਨਾਂ ਇਨਫੋਰਮੇਸ਼ਨ ਦੇ ਲੋਕ ਪਹੁੰਚ ਗਏ ਤਾਂ ਕਾਫੀ ਅਫੜਾ ਤਫੜੀ ਦਾ ਮਾਹੌਲ ਬਣਿਆ। ਅਜਿਹੇ ਦੇ ਵਿੱਚ ਇਸ ਤਰ੍ਹਾਂ ਦੀ ਐਪ ਔਰ ਇਸ ਤਰ੍ਹਾਂ ਦੇ ਮੈਸੇਜ ਜਿਹੜੇ ਨੇ ਉਹ ਭੇਜਣੇ ਜੇ ਆਸਾਨ ਹੋ ਜਾਂਦੇ ਨੇ, ਜਿਸ ਨਾਲ ਤੁਹਾਨੂੰ ਨਜ਼ਦੀਕੀ ਤੁਹਾਡਾ ਸੈਂਟਰ ਪਤਾ ਲੱਗ ਜਾਏਗਾ ਕਿ ਵੈਕਸੀਨ ਕਿੱਥੋਂ ਲਵਾ ਸਕਦੇ ਹੋ, ਤਾਂ ਇਹ ਬਹੁਤ ਹੀ ਚੰਗੀ ਖਬਰ ਮੰਨੀ ਜਾ ਰਹੀ ਹੈ। ਜੋ ਲੋਕ ਕਥਿਤ ਤੌਰ ਤੇ ਇਹ ਸੋਚਦੇ ਨੇ ਕਿ ਉਹਨਾਂ ਨੂੰ 2 ਖੁਰਾਕਾਂ ਵਾਲੇ ਕੋਵਿਡ-19 ਟੀਕੇ ਦੇ ਦੂਜੇ ਸ਼ਾਟ ਦੀ ਲੋੜ ਨਹੀਂ ਹੈ ਕਿਉਂਕਿ ਇੱਕ ਤਾਂ ਲਗਵਾਈ ਚੁੱਕੇ ਨੇ
ਤਾਂ ਉਹ ਗਲਤੀ ਕਰ ਰਹੇ ਨੇ। ਵੈਨਕੂਵਰ ਡਾਕਟਰਾਂ ਨੇ ਚਿੰਤਾ ਜਤਾਈ ਤੇ ਸੁਝਾਅ ਦਿੱਤਾ ਹੈ ਕਿ 2 ਖੁਰਾਕ ਵਾਲੇ ਜੇ ਟੀਕੇ ਨੇ ਤਾਂ ਦੂਜੀ ਖੁਰਾਕ ਜਿਹੜੀ ਹੈ ਉਹ ਲੈਣੀ ਬਹੁਤ ਜ਼ਰੂਰੀ ਹੈ। ਦੁਬਾਰਾ ਖੁੱਲਣਾ ਲੋਕਾਂ ਦੀ ਪੂਰੀ ਤਰ੍ਹਾਂ ਵੈਕਸੀਨੇਸ਼ਨ ਪ੍ਰਕਿਰਿਆ ਦੇ ਉੱਤੇ ਹੀ ਡਿਪੈਂਡ ਕਰਦਾ ਹੈ, ਇਸ ਲਈ ਦੂਜੀ ਡੋਜ਼ ਨੂੰ ਇਗਨੋਰ ਨਾ ਕਰੋ। 2 ਸ਼ਾਟ ਕੋਵਿਡ-19 ਟੀਕਿਆਂ ਦੀਆਂ ਦੋਵੇਂ ਖੁਰਾਕਾਂ ਦੀ ਲੋੜ ਹੈ। ਜੀ ਹਾਂ, ਵੈਨਕੂਵਰ ਦੇ ਡਾਕਟਰ ਇਸ ਗੱਲ ਤੇ ਜ਼ੋਰ ਦੇ ਰਹੇ ਨੇ। ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਕੈਨੇਡੀਅਨਾਂ ਦੀ ਬਾਂਹ ਦੇ ਵਿੱਚ ਜਿੰਨੀ ਜਲਦੀ ਹੋ ਸਕੇ ਪ੍ਰਾਪਤ ਕਰਨਾ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਮਹਾਮਾਰੀ ਨੂੰ ਨਿਰੰਤਰਣ ਕਰਨ ਦੇ ਵਿੱਚ ਇੱਕ ਚੰਗੀ ਖੁਰਾਕ ਹੈ। ਪਰ ਇੱਕ ਡਾਕਟਰ ਦਾ ਸੁਝਾਅ ਇਹ ਕਹਿ ਰਿਹਾ ਹੈ ਕਿ ਕੁਝ ਲੋਕ ਸੋਚ ਰਹੇ ਨੇ ਕਿ ਉਹਨਾਂ ਨੂੰ ਦੂਜੀ ਸ਼ਾਟ ਦੀ ਲੋੜ ਨਹੀਂ ਹੈ। ਡਾਕਟਰ ਬ੍ਰਾਇਨ ਕਾਨਵੇ ਦੇ ਅਨੁਸਾਰ ਇਹ ਇੱਕ ਚਿੰਤਾ ਦਾ ਵਿਸ਼ੇ ਹੈ, ਜੋ ਕਿ ਵੈਨਕੂਵਰ ਇਨਫੈਕਸ਼ਸ ਰੋਗ ਕੇਂਦਰ ਦੇ ਡਾਇਰੈਕਟਰ ਨੇ ਕਿਹਾ। ਸਾਨੂੰ ਇਹ ਸੰਦੇਸ਼ ਪਹੁੰਚਾਉਣ ਦੀ ਲੋੜ ਹੈ ਕਿ ਆਬਾਦੀ ਦੇ ਵਿਆਪਕ ਹਿੱਸੇ ਦੇ ਵਿੱਚ ਵਾਇਰਲ ਸੰਚਾਰ ਨੂੰ ਜਲਦੀ ਘਟਾਉਣ ਦੇ ਲਈ ਇੱਕ ਖੁਰਾਕ ਦੀ ਰਣਨੀਤੀ ਸਿਰਫ ਥੋੜੇ ਸਮੇਂ ਲਈ ਫਿਕਸ ਹੈ। ਜੇ ਅਸੀਂ ਅੱਧੇ ਲੋਕਾਂ ਨੂੰ ਦੋਵੇਂ ਖੁਰਾਕਾਂ ਦਿੰਦੇ ਹਾਂ ਤਾਂ ਇਹ ਅੱਧੇ ਲੋਕਾਂ ਨੂੰ ਬਿਨਾਂ ਕਿਸੇ ਖੁਰਾਕ ਪ੍ਰਾਪਤ ਕਰਨ ਦੇ ਪੂਰੀ ਤਰ੍ਹਾਂ ਅਸੁਰੱਖਿਅਤ ਛੱਡ ਦੇਵੇਗਾ। ਉਹਨਾਂ ਦਾ ਕਹਿਣਾ ਹੈ ਕਿ ਆਮ ਦੀ ਇੱਕ ਝਲਕ ਤੇ ਵਾਪਸ ਜਾਣਾ ਤੇ ਕਾਰੋਬਾਰ ਦੁਆਰਾ ਖੁੱਲਦੇ ਵੇਖਣਾ ਪੂਰੀ ਤਰ੍ਹਾਂ ਟੀਕਾ ਲਗਵਾਉਣ ਵਾਲੇ ਲੋਕਾਂ ਤੇ ਹੀ ਨਿਰਭਰ ਕਰੇਗਾ। ਇਸ ਵੇਲੇ ਕੈਨੇਡਾ ਦੇ ਵਿੱਚ ਵਰਤੋਂ ਲਈ ਪ੍ਰਮਾਣਿਤ 4 ਟੀਕਿਆਂ ਵਿੱਚੋਂ 3 ਲਈ 2 ਖੁਰਾਕਾਂ ਦੀ ਲੋੜ ਹੈ। ਜੌਨਸਨ ਐਂਡ ਜੌਨਸਨ ਟੀਕਾ, ਜੋ ਕਿ ਇਸ ਵੇਲੇ ਨਹੀਂ ਲਗਾਇਆ ਜਾ ਰਿਹਾ, ਹੈਲਥ ਕੈਨੇਡਾ ਦੁਆਰਾ ਇਕੱਤਰ ਕੀਤੀ ਗਈ ਇੱਕੋ ਇੱਕ ਖੁਰਾਕ ਹੈ। ਇਸ ਸਾਲ ਦੇ ਆਰੰਭ ਦੇ ਵਿੱਚ ਟੀਕਾਕਰਨ ਬਾਰੇ ਰਾਸ਼ਟਰੀ ਸਲਾਹਕਾਰ ਕਮੇਟੀ ਨੇ ਕਿਹਾ ਸੀ ਕਿ ਘਾਟ ਦੇ ਮੱਦੇਨਜ਼ਰ ਟੀਕਿਆਂ ਦੀ ਦੂਜੀ ਖੁਰਾਕ ਲੈਣ ਤੋਂ ਪਹਿਲਾਂ ਪ੍ਰਾਂਤ ਤੇ ਪ੍ਰਦੇਸ਼ 4 ਮਹੀਨੇ ਦਾ ਇੰਤਜ਼ਾਰ ਕਰ ਸਕਦੇ ਨੇ। ਹਾਲਾਂਕਿ ਸੰਭਵ ਹੋਏ ਇਹ ਅਜੇ ਵੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਦੂਜੀ ਸ਼ਾਟ ਜਲਦੀ ਦਿੱਤੀ ਜਾਂਦੀ ਹੈ। ਕਾਨਵੇ ਨੇ ਮਹਿਸੂਸ ਕੀਤਾ ਹੈ ਕਿ ਜਿਵੇਂ ਕੈਨੇਡਾ ਦੇ ਵਿੱਚ ਵਧੇਰੇ ਕੋਵਿਡ-19 ਟੀਕਾ ਉਪਲਬਧ ਹੋ ਜਾਂਦਾ ਹੈ, ਉੱਥੇ ਦੂਜੀ ਖੁਰਾਕ ਨੂੰ ਜਿੰਨੀ ਜਲਦੀ ਸੰਭਵ ਹੋ ਸਕੇ ਲੈਣ ਦੀ ਯੋਜਨਾ ਬਣਾਉਣ ਦੀ ਲੋੜ ਹੈ। 2 ਖੁਰਾਕ ਟੀਕਿਆਂ ਦੀ ਲੰਬੇ ਸਮੇਂ ਦੀ ਕਾਰਜਸ਼ੀਲਤਾ ਪੂਰੀ ਤਰ੍ਹਾਂ ਨਿਰਭਰ ਕਰਦੇ ਹਨ, ਦੋਵੇਂ ਸ਼ਾਟ ਪ੍ਰਾਪਤ ਕਰਨ ਤੇ ਨਿਰਭਰ ਕਰਦਾ ਹੈ। ਸਾਲ ਦੇ ਅੰਤ ਤੋਂ ਹੀ ਕੈਨੇਡਾ ਦੇ ਵਿੱਚ ਟੀਕੇ ਦੀ ਸਪੁਰਦਗੀ ਦੇ ਵਿੱਚ ਮਹੱਤਵਪੂਰਨ ਉਛਾਲ ਦੇਖਣ ਨੂੰ ਮਿਲਿਆ। ਇਸ ਹਫ਼ਤੇ ਹੀ ਦੇਸ਼ ਨੂੰ ਮੋਡਰਨਾ ਤੇ ਫਾਈਜ਼ਰ ਤੋਂ 30 ਲੱਖ ਖੁਰਾਕਾਂ ਪ੍ਰਾਪਤ ਕਰਨ ਦੀ ਤਿਆਰੀ ਹੈ। ਖਰੀਦ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਫਾਈਜ਼ਰ ਟੀਕੇ ਦੀ ਆਮਦ ਮਈ ਦੇ ਵਿੱਚ ਹਰ ਹਫ਼ਤੇ 2 ਮਿਲੀਅਨ ਖੁਰਾਕਾਂ ਦੇ ਮਾਰਗ ਤੇ ਹੁੰਦੀ ਹੈ। ਇਹ ਗਿਣਤੀ ਜੂਨ ਦੇ ਵਿੱਚ 5 ਹਫ਼ਤਿਆਂ ਦੇ ਵਿੱਚ ਹਰ ਹਫ਼ਤੇ 2.4 ਮਿਲੀਅਨ ਖੁਰਾਕਾਂ ਤੱਕ ਪਹੁੰਚਦੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਮਿਸਿਸਾਗਾ ਮਾਲਟਨ ਤੋਂ ਐਮਪੀਪੀ ਦੀਪਕ ਆਨੰਦ ਦੇ ਵੱਲੋਂ ਹਾਊਸ ਦੇ ਵਿੱਚ ਸਟੇਟਮੈਂਟ ਦਿੰਦਿਆਂ ਇੰਡਸ ਕਮਿਊਨਿਟੀ ਸਰਵਿਸ ਦੀ ਸਰਵਿੰਗ ਦਾ ਕਮਿਊਨਿਟੀ ਕਾਰਜ ਦੀ ਜਿਹੜੀ ਹੈ ਸ਼ਲਾਘਾ ਕੀਤੀ ਗਈ। ਉਹਨਾਂ ਆਖਿਆ ਹੈ ਕਿ ਇਸ ਸੰਸਥਾ ਦੇ ਵੱਲੋਂ 7 ਲੋਕੇਸ਼ਨਾਂ ਤੇ ਨਵੇਂ ਕੈਨੇਡੀਅਨਾਂ ਤੇ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ, ਜਿਸ ਤਹਿਤ ਹਰ ਪ੍ਰਕਾਰ ਦੀ ਸਹਾਇਤਾ ਜਿਹੜੀ ਉਹ ਸਭ ਤੱਕ ਆਸਾਨੀ ਨਾਲ ਪਹੁੰਚ ਰਹੀ ਹੈ ਤੇ ਆਪਣਾ ਹੈਲਥ ਵੈਬਸਾਈਟ ਰਾਹੀਂ ਉਰਦੂ, ਪੰਜਾਬੀ ਤੇ ਹਿੰਦੀ ਰਾਹੀਂ ਕੋਵਿਡ ਸੰਬੰਧੀ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। Thank you very much. The member for Mississauga Malton. Thank you, Mr. Speaker. Mr. Speaker, I would like to spotlight an incredible organization from my riding of Mississauga Malton, serving the community for 35 years. 7 locations in Brampton, Mississauga and Oakville, with 140 staff who provide excellent culturally appropriate service to newcomers, families, women and seniors. Indus Community Services is a true community partner. During the pandemic, Indus hosted over 5,000 virtual adult day service sessions, helped over 150 people, in fact, Mr. Speaker, file their taxes through their free clinic. As part of our government's 12.5 million investment strategy for high priorities community, Indus has provided 36,000 people with information on testing and distributed over 12,000 PPE kits. They also created a website, apnahealth.org, which provides information about COVID-19 resources in Hindi, Urdu, Tamil, Bengali and Punjabi. I want to thank 24 community health ambassadors for going door to door in my riding, talking to the people and providing them with the information and the resources they need. A decade ago, I served on Indus Community Board and I'm proud to have played a small part in their journey. I would like to thank Mohini Soreen Chandachi for a lifetime of volunteering and congratulate past ED Kitty Chadha and current ED Gurpreet Malhotra for their dedicated team for their tireless service and taking Indus to these heights. With this message, I want to say thank you for your services during this tough time. Thank you, Mr. ਫਿਲਹਾਲ ਸਮਾਂ ਹੋ ਚੁੱਲਿਆ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਦੇਖਦੇ ਹਾਂ ਕਿਸ ਕਿਸ ਨੇ ਚੁੱਕਿਆ ਪੇਡ ਸਿਕ ਲੀਵ ਦਾ ਮੁੱਦਾ।
ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਬ੍ਰੈਂਪਟਨ ਸੈਂਟਰ ਤੋਂ ਐਮਪੀਪੀ ਸਾਰਾ ਸਿੰਘ ਦੇ ਵੱਲੋਂ ਹਾਊਸ ਦੇ ਵਿੱਚ ਮੁੱਦਾ ਚੁੱਕਿਆ ਗਿਆ ਕਿ ਸ਼ਹਿਰ ਦੇ ਵਿੱਚ ਪੋਜ਼ਿਟਿਵ ਰੇਟ ਪ੍ਰੋਵਿੰਸ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਇਸ ਲਈ ਸ਼ਹਿਰ ਨੂੰ ਸਹਾਇਤਾ ਦੀ ਜ਼ਰੂਰਤ ਹੈ ਤੇ ਸਾਰੇ ਜ਼ਰੂਰੀ ਵਰਕਰ ਸ਼ਹਿਰ ਦੇ ਵਿੱਚ ਰਹਿੰਦੇ ਨੇ, ਪਰ ਹਕੀਕਤ ਦੇ ਵਿੱਚ ਪੇਡ ਸਿਕ ਲੀਵ ਨਹੀਂ ਹੈ ਤੇ ਹਸਪਤਾਲਾਂ ਦੇ ਵਿੱਚ ਮਰੀਜ਼ ਸਮਰੱਥਾ ਤੋਂ ਜ਼ਿਆਦਾ ਨੇ। ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਨੇ ਪੀਲ ਤੇ ਟੋਰਾਂਟੋ ਨੂੰ ਤਾਂ ਹੌਟਸਪੌਟ ਦੇ ਵਿੱਚ ਰੱਖਿਆ ਅਤੇ ਵੈਕਸੀਨ ਦਾ 50% ਵੀ ਇਸ ਰੀਜਨ ਦੇ ਵਿੱਚ ਦਿੱਤੀ ਜਾਏਗੀ ਤੇ ਮਈ ਦੇ ਵਿੱਚ 4,32,000 ਜਿਹੜੀਆਂ ਡੋਜ਼ਾਂ ਉਹ ਪੀਲ ਦੇ ਵਿੱਚ ਦਿੱਤੀਆਂ ਗਈਆਂ ਨੇ। The COVID crisis in Brampton continues to spiral out of control. 8 of our neighborhoods now have positivity rates of over 20%. That's more than double the provincial average, Speaker. For example, in communities in the postal code L6Y at Jacuzzi and Steeles, we see a shocking positivity rate of 24%. In the postal code L6S at Williams Parkway and Bramalea Road, we see positivity rates of 20% and upwards. Speaker, Brampton needs help. We are a city full of essential workers who keep this province moving, but the Conservatives still refuse to step up and help. Our workers don't have enough paid sick days. They don't have access to vaccines. And our hospitals are overwhelmed. And experts have been clear. The inequity in this government's response has meant that Peel has not received its fair share and we have been left behind. How much longer is the Premier going to let our city burn before she finally gets off the sidelines and does something to help the crisis in our community? Minister of Health. Thank you, Speaker. And I would say to the member opposite, through you, Mr. Speaker, that what you're suggesting is simply not the case. We recognise that Peel, Brampton contained with Peel, is a hotspot area, as is Toronto and to some extent York. However, we made the decision following the recommendations of our medical experts last week, because we are receiving considerably larger quantities of the Pfizer vaccine, to dedicate 50% of the vaccines coming in over the next 2 weeks to be dedicated to those hotspot areas. There are 114 across Ontario, but Peel definitely has a number of them. As a matter of fact, we are going to be, during the month of May alone, allocating 432,960 doses to Peel region, which will make Peel the public health unit with the second highest doses per capita in the province, and that comes simply after Response. Toronto. So there is a vast number of vaccines being delivered to Peel, recognizing it as one of the hotspots, recognizing that Brampton within Peel is a hotspot area. ਐਨਡੀਪੀ ਆਗੂ ਜਗਮੀਤ ਸਿੰਘ ਨੇ ਸੰਸਦ ਹਿੱਲ ਦੇ ਵਿੱਚ ਕੈਨੇਡਾ ਦੇ ਅੰਦਰ ਮਹਾਮਾਰੀ ਦੀ ਤੀਜੀ ਲਹਿਰ ਸੰਬੰਧੀ ਵਿਚਾਰ ਚਰਚਾ ਕੀਤੀ। ਇਸ ਦੌਰਾਨ ਉਹਨਾਂ ਨੇ ਸਿਕ ਲੀਵ ਸੰਬੰਧੀ ਸਰਕਾਰ ਦੀ ਨੀਤੀ ਤੇ ਪੇਡ ਸਿਕ ਲੀਵ ਦੇ ਮੁੱਦੇ ਦੇ ਉੱਤੇ ਆਪਣੀ ਪ੍ਰਤੀਕਿਰਿਆ ਵੀ ਜ਼ਾਹਰ ਕੀਤੀ। ਉਹਨਾਂ ਕਿਹਾ ਕਿ ਜੋ ਫਰੰਟਲਾਈਨ ਵਰਕਰ, ਅਸੈਂਸ਼ੀਅਲ ਵਰਕਰਸ ਕੋਰੋਨਾ ਮਹਾਮਾਰੀ ਦੌਰਾਨ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਦੇ ਲਈ ਪੇਡ ਸਿਕ ਲੀਵ ਹੋਣਾ ਜ਼ਰੂਰੀ ਹੈ। I want to start with one major focus today. I want to reiterate how important it is for us to have access to paid sick leave. I spent Friday speaking with a lot of people directly impacted. Workers who've been on the front line, spoke with retail workers who have been going through this pandemic, working every single day, and then being shut out because of lockdowns. I spoke to folks that work at a gas station, spoke to folks that keep us moving, working in transit. And I spoke to an early childcare educator. And for those who had paid sick leave, it meant that they could take time off and they could get a vaccine. They could take time off if they felt sick. But for the other workers, it was a constant fear that anytime they got sick from work, they were worried and nervous that they were going to infect their family and their friends, the people they live with. They were nervous that they were going to infect their colleagues if they went into work sick, but they weren't able to make that decision. They didn't know how to stay at home and they couldn't afford to. And I spoke to public health officials who said again and again that this is the most important tool to stop the workplace transfer that's happening. Workers need to be able to stay at home with a functioning paid sick leave. And I want to be very clear. There is a paid sick leave program at the federal level. New Democrats fought to bring it in. Justin Trudeau knows, the experts have said again and again, it's just not good enough. So it needs to be improved. This is not a question of jurisdiction. Justin Trudeau has already admitted that the federal government has a role to play and has already put in place the program. So there's no question of jurisdiction. The federal government's already stepped in and said, yes, we've got a responsibility. They've just done a bad job. Justin Trudeau's done a bad job. We need to make it better. And it is vital that we do that immediately, not some distant future. We need to do it right now because people are going into work sick.
ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਖਬਰਾਂ ਲੈ ਕੇ ਐਡਮਿੰਟਨ ਸ਼ਹਿਰ ਤੋਂ ਤੁਹਾਡੇ ਲਈ ਹਾਜ਼ਰ ਹਾਂ ਜੀ। ਅਲਬਰਟਾ ਸਰਕਾਰ ਵੱਲੋਂ ਜਿਹੜਾ ਲੈਜਿਸਲੇਚਰ ਆ ਉਹ ਥੋੜ੍ਹੇ ਦਿਨਾਂ ਲਈ ਸਸਪੈਂਡ ਕਰ ਦਿੱਤਾ ਗਿਆ। 15 ਮਈ ਨੂੰ ਦੁਬਾਰਾ ਉਹ ਖੁੱਲ੍ਹੇਗਾ। ਉਹਦਾ ਕਾਰਨ ਪ੍ਰੀਮੀਅਰ ਨੇ ਇਹ ਦੱਸਿਆ ਹੈ ਕਿ ਅਸੀਂ ਨਹੀਂ ਚਾਹੁੰਦੇ ਵੀ ਜਿਹੜੀ ਕੋਵਿਡ-19 ਦੀ ਜ਼ਿਆਦਾ ਫੈਲਾਅ ਹੋ ਰਿਹਾ ਉਹ ਹੋਵੇ। ਹਾਲਾਂਕਿ ਉੱਥੇ ਕੋਈ ਵੀ ਕੋਵਿਡ-19 ਦਾ ਕੇਸ ਨਹੀਂ ਦੱਸਿਆ ਜਾਂਦਾ ਲੈਜਿਸਲੇਚਰ ਦੇ ਵਿੱਚ। ਆਪੋਜੀਸ਼ਨ ਪਾਰਟੀ NDP ਦੀ ਲੀਡਰ ਰੇਚਲ ਨੋਟਲੀ ਹੋਰਾਂ ਨੇ ਜੇਸਨ ਕੈਨੀ ਹੋਰਾਂ ਦੀ ਇਸ ਮੂਵ ਨੂੰ ਕਿਹਾ ਕਿ ਇਹ ਕਾਵਰਡ ਨੇ। ਜੇਸਨ ਕੈਨੀ ਆਪਣੇ ਜਿਹੜਾ ਉਹਨਾਂ ਦਾ ਕਾਕਸ ਆ ਉਹਨਾਂ ਤੋਂ ਨੱਠਦਾ ਕਿਉਂਕਿ ਬਹੁਤ ਸਾਰੇ ਜਿਹੜੇ ਉਹਨਾਂ ਦੇ ਖੁਦ ਦੇ ਮੈਂਬਰ ਨੇ UCP ਪਾਰਟੀ ਦੇ, ਉਹ ਕਹਿ ਰਹੇ ਵੀ ਇਹਨਾਂ ਦੀਆਂ ਜਿਹੜੀਆਂ ਇਹ ਰਿਸਟ੍ਰਿਕਸ਼ਨਸ ਲਾਈਆਂ ਹੋਈਆਂ ਉਹ ਜ਼ਰੂਰੀ ਨਹੀਂ ਹਨ। ਸੋ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਔਰ ਦੂਸਰੇ ਪਾਸੇ ਆਪੋਜੀਸ਼ਨ ਪਾਰਟੀ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਤੀਸਰਾ ਹੈ ਸੂਬੇ ਦੇ ਵਿੱਚ ਜਿਹੜੇ ਕੇਸ ਆ ਉਹ ਵੱਧਦੇ ਜਾ ਰਹੇ ਨੇ। ਮਹੀਨਾ ਹੋ ਗਿਆ ਕਿ ਕੇਸ 1000 ਤੋਂ ਘੱਟ ਨਹੀਂ ਹੋਏ। ਕੱਲ੍ਹ 1700 ਕੁਝ ਨੰਬਰ ਆਏ ਸੀਗੇ ਜੀ, ਅਤੇ ਅੱਜ ਜਿਹੜੇ ਉਹਨਾਂ ਨੇ ਦੱਸੇ ਆ ਉਹ 1900 ਅਤੇ ਕੁਝ ਨੰਬਰ ਜਿਹੜੇ ਆ ਕੇਸ ਪੋਜ਼ੀਟਿਵ ਕੇਸ ਅਲਬਰਟਾ ਦੇ ਵਿੱਚ ਆਏ ਨੇ। ਹਾਲਾਂਕਿ ਜੇਸਨ ਕੈਨੀ ਹੋਰੀ ਇਹ ਗੱਲ ਕਹਿ ਰਿਹਾ ਵੀ ਦੇਖੋ ਜਿਹੜੇ ਹੌਸਪੀਟਲਾਈਜੇਸ਼ਨਸ ਆ ਉਹ ਘੱਟ ਹੋ ਰਹੀਆਂ ਨੇ, ਪਰ ਜਿਹੜੇ ICU ਬੈੱਡ ਆ ਜੀ ਉਹ ਤਕਰੀਬਨ ਫੁੱਲ ਕਪੈਸਿਟੀ 'ਤੇ ਕੰਮ ਚੱਲ ਰਿਹਾ। ਔਰ ਨਾਲ ਦੀ ਨਾਲ ਲੋਕਾਂ ਨੂੰ ਉਹ ਇੱਕ ਕਿਸਮ ਦੀ ਚੇਤਾਵਨੀ ਵੀ ਦੇ ਰਿਹਾ ਵੀ ਜੇ ਅਸੀਂ ਇਹ ਕਰਵ ਨੂੰ ਬੈਂਡ ਨਾ ਕੀਤਾ ਅਤੇ ਜਿਹੜਾ ਸਾਡਾ ਸਿਸਟਮ ਆ ਇਹ ਬਹੁਤ ਤੇਜ਼ੀ ਦੇ ਨਾਲ ਕਲੈਪਸ ਹੋ ਸਕਦਾ। ਜਿਵੇਂ ਕਹਿੰਦੇ ਹੁੰਦੇ ਨਾ ਕਿ ਉਹਨਾਂ ਨੇ ਲੋਕਾਂ ਨੂੰ ਦਬਕਾ ਵੀ ਮਾਰਿਆ, ਜਿਹੜੇ ਲੋਕ ਇਹਨਾਂ ਹੈਲਥ ਗਾਈਡਲਾਈਨਸ ਦੀ ਪਰਵਾਹ ਨਹੀਂ ਕਰ ਰਹੇ। ਜਿਵੇਂ ਵੀਕਐਂਡ ਦੇ ਉੱਤੇ ਬੋਰਡਨ ਟਾਊਨ ਹੈ ਜੀ ਸੈਂਟਰਲ ਅਲਬਰਟਾ ਦੇ ਵਿੱਚ, ਉੱਥੇ ਰੋਡੀਓ ਕੀਤਾ ਗਿਆ ਔਰ ਲੋਕਾਂ ਨੇ ਮਾਸਕ ਜਾਂ ਦੂਰੀ ਵਾਲੀ ਕੋਈ ਗੱਲ ਨਹੀਂ ਸੀ ਹੈ। ਉਹਨਾਂ ਨੂੰ ਜੇਸਨ ਕੈਨੀ ਹੋਰੀ ਕਹਿੰਦੇ ਵੀ ਭਾਈ ਇਹ ਇੱਕ ਕਿਸਮ ਦੀ ਉਹਨਾਂ ਲੋਕਾਂ ਦੇ ਮੂੰਹ 'ਤੇ ਚਪੇੜ ਆ ਜਿਹੜੇ ਇਹ ਕਾਨੂੰਨਾਂ ਦੀ ਮਤਲਬ ਫਾਲੋ ਕਰਦੇ ਆ, ਗਾਈਡਲਾਈਨਸ ਨੂੰ ਜਿਹੜੇ ਦੱਸੇ ਹੋਏ ਆ। ਔਰ ਦੂਸਰੇ ਪਾਸੇ ਤੁਸੀਂ ਆ ਜਿਹੜੇ ਉਹ ਸਾਰੀ ਗੱਲਬਾਤ ਨੂੰ ਵਿਗਾੜ ਰਹੇ ਆ, ਕਿਉਂਕਿ ਜਿਹੜੇ ਕੇਸਿਸ ਆ ਉਹ ਕਾਫੀ ਵੱਧਦੇ ਨਜ਼ਰ ਆ ਰਹੇ ਨੇ। ਦੂਸਰੀ ਗੱਲ ਜਿਹੜੀ ਉਹਨਾਂ ਨੇ ਆਖੀ ਹੈ ਜੀ ਉਹ ਹੈ ਵੈਕਸੀਨ ਬਾਰੇ। ਉਹ ਕਹਿੰਦੇ ਵੀ ਹੁਣ ਵੈਕਸੀਨ ਜਿਹੜੀ ਆ ਉਹ ਰੋਲ ਆਊਟ ਕੀਤੀ ਜਾ ਰਹੀ ਆ ਘੱਟ ਉਮਰ ਦੇ ਵਿਅਕਤੀਆਂ ਲਈ, ਜਿਵੇਂ ਜਿਹੜੇ ਇੰਡੀਜਨਸ ਲੋਕ ਨੇ, ਮੇਟੀ ਜੋ ਇੰਡੀਜਨਸ ਉਹ 35 ਸਾਲ ਦੀ ਉਮਰ ਹੈ ਅਤੇ ਉਹਨਾਂ ਨੂੰ ਜਿਹੜੀ ਪਹਿਲੀ ਡੋਜ਼ ਆ ਉਹ ਮਿਲ ਸਕਦੀ ਆ। ਦੂਸਰੇ ਜਿਹੜੇ ਟੀਚਰਸ ਨੇ ਸੂਬੇ ਦੇ ਵਿੱਚ, ਉਹਨਾਂ ਟੀਚਰਸ ਨੂੰ ਵੀ ਪਹਿਲੀ ਡੋਜ਼ ਮਿਲ ਸਕਦੀ ਆ। ਔਰ ਨਾਲ ਦੀ ਨਾਲ ਜਿਹੜਾ ਸਪੋਰਟ ਸਟਾਫ ਹੈਗਾ ਜੀ, ਬੱਸ ਡਰਾਈਵਰਸ ਨੇ, ਉਹਨਾਂ ਨੂੰ ਵੀ ਮਿਲ ਸਕਦੀ ਆ ਜਿਹੜੀ ਪਹਿਲੀ ਡੋਜ਼ ਆ। ਔਰ ਡੇ ਕੇਅਰਸ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਨੂੰ ਵੀ ਵੈਕਸੀਨ ਜਿਹੜੀ ਆ ਜੀ ਉਹ ਮਿਲ ਸਕਦੀ ਆ। ਪਰ ਦੂਸਰੇ ਪਾਸੇ ਰੇਚਲ ਨੋਟਲੀ ਹੋਰਾਂ ਦਾ ਇਹ ਕਹਿਣਾ ਆ ਜੇਸਨ ਕੈਨੀ ਹੋਰਾਂ ਨੂੰ ਕਿ ਇਹ ਮੌਕਾ ਲੈਜਿਸਲੇਚਰ ਨੂੰ ਬੰਦ ਕਰਨ ਦਾ ਨਹੀਂ ਸੀ ਹੈ। ਲੋਕਾਂ ਦੀ ਹੁਣ ਮਤਲਬ ਇਸ ਐਮਰਜੈਂਸੀ ਦੇ ਮੌਕੇ ਜੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ, ਲੋਕ ਤਾਂ ਚਾਹੁੰਦੇ ਨੇ ਲੀਡਰਸ਼ਿਪ ਸਾਨੂੰ ਕੋਈ ਰਾਹ ਦਿਖਾਵੇ, ਪਰ ਉਹ ਕਹਿੰਦੇ ਵੀ ਕਿਉਂਕਿ ਜੇਸਨ ਕੈਨੀ ਇੱਕ ਕਿਸਮ ਦਾ ਡਰਪੋਕ ਆ ਔਰ ਇਹ ਬੰਦ ਕਰਕੇ ਉਹਨੂੰ 2 ਹਫ਼ਤਿਆਂ ਲਈ ਪਾਸੇ ਹੋ ਰਿਹਾ ਹੈ। ਕਿਉਂਕਿ ਉਹ ਕਹਿੰਦੇ ਵੀ ਜਿਹੜੇ ਲੋਕ ਇਸ ਵੇਲੇ ਫਰੰਟ ਲਾਈਨ 'ਤੇ ਕੰਮ ਕਰਦੇ ਨੇ, ਜਿਨ੍ਹਾਂ ਦੇ ਵਿੱਚ ਉਹ ਕਹਿੰਦੇ ਵੀ ਉਹ ਤਾਂ ਘਰ ਨਹੀਂ ਨਾ ਰਹਿ ਸਕਦੇ, ਜਿਵੇਂ ਪ੍ਰੀਮੀਅਰ ਕੈਨੀ ਹੋਰੀ ਹੁਣ ਪਾਸੇ ਹੋ ਜਾਣਗੇ, ਪਰ ਜਿਹੜੇ ਲੋਕ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਨੇ ਔਰ ਬਾਹਰ ਪੈਟੀਓ 'ਤੇ ਸਰਵ ਕਰਨ ਲਈ ਉਹਨਾਂ ਨੂੰ ਕੰਮ ਕਰਨਾ ਪੈਂਦਾ ਕਿਉਂਕਿ ਰੈਸਟੋਰੈਂਟਾਂ 'ਚ ਤਾਂ ਜਾ ਨਹੀਂ ਸਕਦੇ। ਉਹ ਕਹਿੰਦੇ ਵੀ ਉਹ ਜਿਹੜੇ ਪੈਟੀਓ ਸਰਵਰਸ ਆ ਉਹਨਾਂ ਤੋਂ ਤਾਂ ਘਰ ਨਹੀਂ ਨਾ ਬਹਿ ਹੋਣਾ, ਹੋਰ ਵੀ ਜਿਹੜੇ ਲੋਕ ਕੰਮ ਕਰਦੇ ਉਹਨਾਂ ਤੋਂ ਘਰ ਨਹੀਂ ਬਹਿ ਹੋਣਾ। ਸੋ ਚਾਹੀਦਾ ਤਾਂ ਸੀ ਕਿ ਉਹ ਇਹਦਾ ਹੱਲ ਲੱਭਦੇ, ਲੋਕਾਂ ਦੇ ਜਵਾਬ ਦਿੰਦੇ, ਨਾ ਕਿ ਲੈਜਿਸਲੇਚਰ ਨੂੰ ਬੰਦ ਕਰਦੇ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।